उसका 4 बाप। जदों यीशु नूं ਇਹ पता लगा कि फरीसियां ने ਇਹ सुन लिया है कि यीशु यूहन्ना तो भी वध चेले बना रहा है अते बपतिस्मा दे रहा है, भावें यीशु आप नहीं सगों उसके चेले ही बपतिस्मा दिंदे सन। तद ਉਹ ਯਹੂਦੀਆ ਛੱਡ ਕੇ ਫਿਰ ਗਲੀਲ ਨੂੰ ਚਲਾ ਗਿਆ। ਉਸ ਨੂੰ ਸਾਮਰੀਆ ਵਿੱਚੋਂ ਲੰਘਣਾ ਸੀ, ਇਸ ਲਈ ਉਹ ਸਾਮਰੀਆ ਦੇ ਸੁਖਾਰ ਨਾਂ ਦੇ ਸ਼ਹਿਰ ਵਿੱਚ ਆਇਆ, ਜੋ ਉਸ ਜ਼ਮੀਨ ਦੇ ਲਾਗੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ ਸੀ। ਯਾਕੂਬ ਦਾ ਖੂਹ ਉੱਥੇ ਸੀ ਅਤੇ ਯੀਸ਼ੂ, ਜੋ ਕਿ ਆਪਣੇ ਸਫ਼ਰ ਤੋਂ ਥੱਕ ਗਿਆ ਸੀ, ਖੂਹ ਦੇ ਲਾਗੇ ਬੈਠ ਗਿਆ। ਇਹ ਲਗਭਗ ਦੁਪਹਿਰ ਦਾ ਵੇਲਾ ਸੀ। ਸਾਮਰੀਆ ਦੀ ਇੱਕ ਔਰਤ ਉੱਥੇ ਪਾਣੀ ਭਰਨ ਆਈ। ਯੀਸ਼ੂ ਨੇ ਉਸ ਨੂੰ ਕਿਹਾ, ਮੈਨੂੰ ਪਾਣੀ ਪਿਲਾ, ਕਿਉਂ ਜੋ ਉਸ ਦੇ ਚੇਲੇ ਭੋਜਨ ਖਰੀਦਣ ਲਈ ਸ਼ਹਿਰ ਗਏ ਹੋਏ ਸਨ। ਸਾਮਰੀ ਔਰਤ ਨੇ ਉਸ ਨੂੰ ਕਿਹਾ, ਇਹ ਕਿਸ ਤਰ੍ਹਾਂ ਹੈ ਕਿ ਤੂੰ ਇੱਕ ਯਹੂਦੀ ਮੇਰੇ ਕੋਲੋਂ, ਜੋ ਸਾਮਰੀ ਔਰਤ ਹੈ, ਪੀਣ ਲਈ ਪਾਣੀ ਮੰਗਦਾ ਹੈ, ਕਿਉਂਕਿ ਯਹੂਦੀਆਂ ਦਾ ਸਾਮਰੀਆਂ ਨਾਲ ਕੋਈ ਮਿਲਵਰਤਨ ਨਹੀਂ ਹੈ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਜੇਕਰ ਤੂੰ ਖੁਦਾ ਦਾ ਵਰਦਾਨ ਜਾਣਦੀ ਅਤੇ ਇਹ ਵੀ ਜਾਣਦੀ ਕਿ ਉਹ ਕੌਣ ਹੈ ਜਿਸ ਨੇ ਤੈਨੂੰ ਕਿਹਾ ਹੈ ਮੈਨੂੰ ਪਾਣੀ ਪਿਲਾ, ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਜਲ ਦਿੰਦਾ। ਔਰਤ ਨੇ ਉਸ ਨੂੰ ਕਿਹਾ, ਸਾਹਿਬ, ਪਾਣੀ ਕੱਢਣ ਲਈ ਤੁਹਾਡੇ ਕੋਲ ਕੋਈ ਸਾਧਨ ਹੈ ਨਹੀਂ ਅਤੇ ਖੂਹ ਡੂੰਘਾ ਹੈ, ਫਿਰ ਤੁਹਾਨੂੰ ਇਹ ਜੀਵਨ ਜਲ ਕਿੱਥੋਂ ਮਿਲਦਾ ਹੈ? ਕੀ ਤੁਸੀਂ ਸਾਡੇ ਪਿਤਾ ਯਾਕੂਬ ਤੋਂ ਵੀ ਮਹਾਨ ਹੋ, ਜਿਸ ਨੇ ਸਾਨੂੰ ਇਹ ਖੂਹ ਦਿੱਤੀ ਹੈ ਅਤੇ ਉਸਨੇ ਆਪ ਇਸ ਵਿੱਚੋਂ ਪਾਣੀ ਪੀਤਾ ਤੇ ਉਸਦੇ ਪੁੱਤਰਾਂ ਅਤੇ ਉਸਦੇ ਪਸ਼ੂਆਂ ਨੇ ਵੀ। ਯੀਸ਼ੂ ਨੇ ਉਸ ਨੂੰ ਕਿਹਾ, ਹਰ ਕੋਈ ਜੋ ਇਸ ਪਾਣੀ ਵਿੱਚੋਂ ਪੀਂਦਾ ਹੈ ਉਸ ਨੂੰ ਫਿਰ ਪਿਆਸ ਨਹੀਂ ਲੱਗੇਗੀ, ਪਰ ਜੋ ਕੋਈ ਉਸ ਜਲ ਵਿੱਚ ਪੀਂਦਾ ਹੈ ਜੋ ਮੈਂ ਦੇਵਾਂਗਾ ਉਸ ਨੂੰ ਕਦੇ ਵੀ ਪਿਆਸ ਨਹੀਂ ਲੱਗੇਗੀ। ਜੋ ਜਲ ਮੈਂ ਦੇਵਾਂਗਾ ਉਹ ਉਸ ਦੇ ਵਿੱਚ ਜਲ ਦਾ ਇੱਕ ਚਸ਼ਮਾ ਬਣ ਜਾਵੇਗਾ ਜੋ ਅਨੰਤ ਜੀਵਨ ਦੇ ਨਾਲ ਵਗ ਨਿਕਲਦਾ ਹੈ। ਔਰਤ ਨੇ ਕਿਹਾ, ਸਾਹਿਬ, ਮੈਨੂੰ ਇਹ ਜਲ ਦਿਓ ਤਾਂ ਜੋ ਮੈਂ ਪਿਆਸੀ ਨਾ ਹੋਵਾਂ ਅਤੇ ਨਾ ਫਿਰ ਪਾਣੀ ਭਰਨ ਲਈ ਇੱਥੇ ਆਵਾਂ। ਯੀਸ਼ੂ ਨੇ ਉਸ ਨੂੰ ਕਿਹਾ, ਜਾ ਆਪਣੇ ਪਤੀ ਨੂੰ ਇੱਥੇ ਬੁਲਾ ਲਿਆ। ਔਰਤ ਨੇ ਉਸ ਨੂੰ ਉੱਤਰ ਦਿੱਤਾ, ਮੇਰਾ ਕੋਈ ਪਤੀ ਨਹੀਂ ਹੈ। ਯੀਸ਼ੂ ਨੇ ਉਸ ਨੂੰ ਕਿਹਾ, ਤੂੰ ਇਹ ਠੀਕ ਕਹਿੰਦੀ ਹੈ, ਮੇਰਾ ਕੋਈ ਪਤੀ ਨਹੀਂ, ਕਿਉਂਕਿ ਤੇਰੇ 5 ਪਤੀ ਰਹਿ ਚੁੱਕੇ ਹਨ ਅਤੇ ਜੋ ਹੁਣ ਤੇਰੇ ਨਾਲ ਹੈ ਉਹ ਵੀ ਤੇਰਾ ਪਤੀ ਨਹੀਂ ਹੈ, ਇਹ ਤੂੰ ਸੱਚ ਕਿਹਾ ਹੈ। ਔਰਤ ਨੇ ਉਸ ਨੂੰ ਕਿਹਾ, ਸਾਹਿਬ, ਮੈਂ ਸਮਝ ਗਈ ਹਾਂ ਕਿ ਤੁਸੀਂ ਇੱਕ ਨਬੀ ਹੋ। ਸਾਡੇ ਪੁਰਖੇ ਇਸ ਪਹਾੜ ਉੱਤੇ ਆਰਾਧਨਾ ਕਰਦੇ ਸਨ ਅਤੇ ਤੁਸੀਂ ਕਹਿੰਦੇ ਹੋ ਕਿ ਯਰੂਸ਼ਲਮ ਵਿੱਚ ਉਹ ਥਾਂ ਹੈ ਜਿੱਥੇ ਲੋਕਾਂ ਨੂੰ ਆਰਾਧਨਾ ਕਰਨੀ ਚਾਹੀਦੀ ਹੈ। ਯੀਸ਼ੂ ਨੇ ਉਸ ਨੂੰ ਕਿਹਾ, ਹੇ ਔਰਤ, ਮੇਰਾ ਯਕੀਨ ਮੰਨ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਬਾਪ ਦੀ ਆਰਾਧਨਾ ਕਰੋਗੇ। ਤੁਸੀਂ ਉਸ ਦੀ ਆਰਾਧਨਾ ਕਰਦੇ ਹੋ ਜਿਸ ਨੂੰ ਤੁਸੀਂ ਜਾਣਦੇ ਨਹੀਂ। ਅਸੀਂ ਉਸ ਦੀ ਆਰਾਧਨਾ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਮੁਕਤੀ ਯਹੂਦੀਆਂ ਵਿੱਚੋਂ ਹੈ। ਪਰ ਉਹ ਸਮਾਂ ਆ ਰਿਹਾ ਹੈ ਅਤੇ ਹੁਣ ਆ ਗਿਆ ਹੈ ਜਦੋਂ ਸੱਚੇ ਉਪਾਸਕ ਰੂਹ ਅਤੇ ਸੱਚਾਈ ਵਿੱਚ ਬਾਪ ਦੀ ਆਰਾਧਨਾ ਕਰਨਗੇ, ਕਿਉਂਕਿ ਬਾਪ ਇਸ ਤਰ੍ਹਾਂ ਦੇ ਉਪਾਸਕਾਂ ਨੂੰ ਲੱਭਦਾ ਹੈ। ਖੁਦਾ ਰੂਹ ਹੈ ਅਤੇ ਜੋ ਉਸ ਦੀ ਆਰਾਧਨਾ ਕਰਦੇ ਹਨ ਉਹਨਾਂ ਨੂੰ ਚਾਹੁੰਦਾ ਹੈ ਕਿ ਉਹ ਰੂਹ ਅਤੇ ਸੱਚਾਈ ਵਿੱਚ ਆਰਾਧਨਾ ਕਰਨ। ਔਰਤ ਨੇ ਉਸ ਨੂੰ ਕਿਹਾ, ਮੈਂ ਜਾਣਦੀ ਹਾਂ ਕਿ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ ਤਾਂ ਉਹ ਸਾਨੂੰ ਸਭ ਕੁਝ ਦੱਸ ਦੇਗਾ। ਯੀਸ਼ੂ ਨੇ ਉਸ ਨੂੰ ਕਿਹਾ, ਮੈਂ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ ਉਹ ਹੀ ਹੈ। ਠੀਕ ਉਸੇ ਵੇਲੇ ਉਸ ਦੇ ਚੇਲੇ ਆ ਗਏ। ਉਹ ਹੈਰਾਨ ਹੋ ਗਈ ਕਿ ਯੀਸ਼ੂ ਇੱਕ ਔਰਤ ਨਾਲ ਗੱਲਾਂ ਕਰ ਰਿਹਾ ਹੈ, ਪਰ ਕਿਸੇ ਨੇ ਨਾ ਆਖਿਆ, ਤੂੰ ਕੀ ਚਾਹੁੰਦਾ ਹੈ ਜਾਂ ਤੂੰ ਇਸ ਦੇ ਨਾਲ ਕਿਉਂ ਗੱਲਾਂ ਕਰ ਰਿਹਾ ਹੈ। ਤਦ ਉਸ ਔਰਤ ਨੇ ਆਪਣਾ ਪਾਣੀ ਵਾਲਾ ਘੜਾ ਉੱਥੇ ਛੱਡਿਆ ਅਤੇ ਸ਼ਹਿਰ ਵਿੱਚ ਜਾ ਕੇ ਲੋਕਾਂ ਨੂੰ ਕਿਹਾ, ਆਓ ਅਤੇ ਇੱਕ ਆਦਮੀ ਨੂੰ ਵੇਖੋ ਜਿਸ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਜੋ ਮੈਂ ਅੱਜ ਤੱਕ ਕੀਤਾ। ਕਿ ਇਹੀ ਮਸੀਹ ਤਾਂ ਨਹੀਂ? ਲੋਕ ਸ਼ਹਿਰ ਵਿੱਚੋਂ ਨਿਕਲ ਕੇ ਉਸ ਨੂੰ ਮਿਲਣ ਲਈ ਆਉਣ ਲੱਗੇ। ਉਦੋਂ ਤੱਕ ਉਸ ਦੇ ਚੇਲੇ ਇਹ ਕਹਿੰਦੇ ਹੋਏ ਮਿੰਨਤਾਂ ਕਰਨ ਲੱਗੇ, ਗੁਰੂ ਜੀ, ਖਾਣਾ ਖਾ ਲਓ। ਪਰ ਉਸਨੇ ਉਹਨਾਂ ਨੂੰ ਕਿਹਾ, ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਨਹੀਂ ਜਾਣਦੇ। ਇਸ ਲਈ ਚੇਲੇ ਆਪਸ ਵਿੱਚ ਕਹਿਣ ਲੱਗੇ,
कि किसी ने इस दे ਲਈ ਭੋਜਨ ਲਿਆਂਦਾ ਹੈ। ਯੀਸੂ ਨੇ ਉਹਨਾਂ ਨੂੰ ਕਿਹਾ, ਮੇਰਾ ਭੋਜਨ ਉਸ ਦੀ ਮਰਜ਼ੀ ਉੱਤੇ ਚੱਲਣਾ ਅਤੇ ਉਸ ਦੇ ਕੰਮ ਨੂੰ ਪੂਰਾ ਕਰਨਾ ਹੈ ਜਿਸ ਨੇ ਮੈਨੂੰ ਘੱਲਿਆ ਹੈ। ਕੀ ਤੁਸੀਂ ਨਹੀਂ ਜਾਣਦੇ ਅਜੇ 4 ਮਹੀਨੇ ਬਾਕੀ ਹਨ ਅਤੇ ਫਿਰ ਵਾਢੀ ਆਵੇਗੀ। ਮੈਂ ਤੁਹਾਨੂੰ ਕਹਿੰਦਾ ਹਾਂ, ਅੱਖਾਂ ਉਤਾਂ ਚੁੱਕੋ ਅਤੇ ਵੇਖੋ ਕਿ ਫਸਲ ਵੱਢਣ ਲਈ ਪੱਕ ਚੁੱਕੀ ਹੈ। ਜੋ ਵਾਢੀ ਕਰਦਾ ਹੈ ਉਹ ਮਜ਼ਦੂਰੀ ਪਾਉਂਦਾ ਹੈ ਅਤੇ ਅਨੰਤ ਜੀਵਨ ਦੇ ਲਈ ਫਲ ਇਕੱਠਾ ਕਰਦਾ ਹੈ, ਤਾਂ ਜੋ ਬੀਜਣ ਵਾਲਾ ਅਤੇ ਵਾਢੀ ਕਰਨ ਵਾਲਾ ਦੋਵੇਂ ਰਲ ਕੇ ਖੁਸ਼ੀ ਮਨਾਉਣ। ਕਿਉਂਕਿ ਇੱਥੇ ਇਹ ਕਹਾਵਤ ਠੀਕ ਢੁਕਦੀ ਹੈ, ਬੀਜੇ ਕੋਈ ਅਤੇ ਵੱਢੇ ਕੋਈ। ਮੈਂ ਤੁਹਾਨੂੰ ਉਹ ਫਸਲ ਵੱਢਣ ਲਈ ਘੱਲਿਆ ਹੈ ਜਿਸ ਦੇ ਲਈ ਤੁਸੀਂ ਮਿਹਨਤ ਨਹੀਂ ਕੀਤੀ। ਦੂਜਿਆਂ ਨੇ ਮਿਹਨਤ ਕੀਤੀ ਹੈ ਅਤੇ ਤੁਸੀਂ ਉਹਨਾਂ ਦੀ ਮਿਹਨਤ ਵਿੱਚ ਸ਼ਾਮਿਲ ਹੋ ਗਏ। ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀਆਂ ਨੇ ਯਿਸੂ ਉੱਤੇ ਈਮਾਨ ਲਿਆਉਂਦਾ। ਉਸ ਔਰਤ ਦੀ ਗਵਾਹੀ ਦੇ ਕਾਰਨ ਉਸਨੇ ਮੈਨੂੰ ਸਭ ਕੁਝ ਦੱਸ ਦਿੱਤਾ ਜੋ ਮੈਂ ਅੱਜ ਤੱਕ ਕੀਤਾ। ਇਸ ਲਈ ਜਦੋਂ ਸਾਮਰੀ ਯਿਸੂ ਕੋਲ ਆਏ ਤਾਂ ਉਹਨਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਕੋਲ ਰਹੇ ਅਤੇ ਉਹ 2 ਦਿਨ ਉੱਥੇ ਰਿਹਾ। ਉਸ ਦੇ ਵਚਨ ਦੇ ਕਾਰਨ ਹੋਰ ਵੀ ਬਹੁਤ ਸਾਰਿਆਂ ਨੇ ਉਸ ਉੱਤੇ ਈਮਾਨ ਲਿਆਂਦਾ। ਉਹਨਾਂ ਨੇ ਔਰਤ ਨੂੰ ਕਿਹਾ, ਹੁਣ ਅਸੀਂ ਤੇਰੇ ਕਹਿਣ ਤੇ ਹੀ ਨਹੀਂ ਮੰਨਿਆ, ਸਗੋਂ ਅਸੀਂ ਆਪ ਉਸ ਨੂੰ ਸੁਣਿਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚਮੁੱਚ ਸੰਸਾਰ ਦਾ ਮੁਕਤੀਦਾਤਾ ਹੈ। 2 ਦਿਨਾਂ ਬਾਅਦ ਉਹ ਗਲੀਲ ਨੂੰ ਚਲਾ ਗਿਆ, ਕਿਉਂਕਿ ਯਿਸੂ ਨੇ ਆਪ ਇਹ ਐਲਾਨ ਕੀਤਾ ਸੀ ਕਿ ਨਬੀ ਦਾ ਆਪਣੇ ਹੀ ਦੇਸ਼ ਵਿੱਚ ਆਦਰ ਨਹੀਂ ਹੁੰਦਾ। ਜਦੋਂ ਉਹ ਗਲੀਲ ਵਿੱਚ ਆਇਆ ਤਾਂ ਗਲੀਲ ਦੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ, ਕਿਉਂਕਿ ਉਹਨਾਂ ਨੇ ਉਹ ਸਭ ਕੰਮ ਵੇਖੇ ਸਨ ਜੋ ਉਸਨੇ ਤਿਉਹਾਰ ਦੇ ਸਮੇਂ ਯਰੂਸ਼ਲਮ ਵਿੱਚ ਕੀਤੇ ਸਨ, ਕਿਉਂਕਿ ਉਹ ਵੀ ਤਿਉਹਾਰ ਦੇ ਲਈ ਗਏ ਹੋਏ ਸਨ। ਉਹ ਫਿਰ ਗਲੀਲ ਦੇ ਕਾਨਾ ਵਿੱਚ ਆਏ ਜਿੱਥੇ ਉਸਨੇ ਪਾਣੀ ਨੂੰ ਦਾਖਰਸ ਬਣਾਇਆ ਸੀ। ਹੁਣ ਕਫਰਨਹੂਮ ਵਿੱਚ ਇੱਕ ਰਾਜ ਅਧਿਕਾਰੀ ਸੀ ਜਿਸ ਦਾ ਪੁੱਤਰ ਬਿਮਾਰ ਸੀ। ਜਦੋਂ ਉਸਨੇ ਸੁਣਿਆ ਕਿ ਯਿਸੂ ਯਹੂਦਿਆ ਤੋਂ ਗਲੀਲ ਆਇਆ ਹੈ ਤਾਂ ਉਸਨੇ ਜਾ ਕੇ ਉਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਪੁੱਤਰ ਨੂੰ ਚੰਗਾ ਕਰੇ, ਕਿਉਂਕਿ ਮਰਨ ਕਿਨਾਰੇ ਸੀ। ਯਿਸੂ ਨੇ ਉਸ ਨੂੰ ਕਿਹਾ, ਜਦੋਂ ਤੱਕ ਤੁਸੀਂ ਨਿਸ਼ਾਨ ਅਤੇ ਚਮਤਕਾਰ ਨਾ ਵੇਖੋਗੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ। ਰਾਜ ਅਧਿਕਾਰੀ ਨੇ ਉਸ ਨੂੰ ਕਿਹਾ, ਸਾਹਿਬ, ਮੇਰਾ ਪੁੱਤਰ ਤੇ ਮਰਨ ਤੋਂ ਪਹਿਲਾਂ ਚੱਲੋ। ਯਿਸੂ ਨੇ ਉਸ ਨੂੰ ਕਿਹਾ, ਜਾ, ਤੇਰਾ ਪੁੱਤਰ ਜਿਉਂਦਾ ਹੈ। ਉਸ ਆਦਮੀ ਨੇ ਉਸ ਵਚਨ ਤੇ ਵਿਸ਼ਵਾਸ ਕੀਤਾ ਜੋ ਯਿਸੂ ਨੇ ਆਖਿਆ ਸੀ ਅਤੇ ਆਪਣੇ ਰਾਹ ਚੱਲ ਪਿਆ। ਜਦੋਂ ਉਹ ਅਜੇ ਰਸਤੇ ਵਿੱਚ ਹੀ ਸੀ ਤਾਂ ਉਸ ਦੇ ਨੌਕਰ ਉਸ ਨੂੰ ਮਿਲੇ ਅਤੇ ਉਸ ਨੂੰ ਦੱਸਿਆ ਕਿ ਉਸ ਦਾ ਪੁੱਤਰ ਜਿਉਂਦਾ ਹੈ। ਇਸ ਤੇ ਉਸ ਨੇ ਉਹਨਾਂ ਤੋਂ ਪੁੱਛਿਆ ਕਿ ਉਹ ਕਿਸ ਸਮੇਂ ਤੋਂ ਚੰਗਾ ਹੋਣ ਲੱਗ ਪਿਆ ਸੀ ਅਤੇ ਉਹਨਾਂ ਨੇ ਉਸ ਨੂੰ ਕਿਹਾ, ਕੱਲ ਦੁਪਹਿਰ ਦੇ 1 ਵਜੇ ਉਸ ਦਾ ਬੁਖਾਰ ਉਤਰ ਗਿਆ ਸੀ। ਪਿਤਾ ਨੇ ਜਾਣ ਲਿਆ ਕਿ ਉਹੀ ਘੜੀ ਸੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ, ਤੇਰਾ ਪੁੱਤਰ ਜੀਵੇਗਾ। ਤਦ ਉਸ ਨੇ ਆਪ ਅਤੇ ਉਸ ਦੇ ਸਾਰੇ ਪਰਿਵਾਰ ਨੇ ਈਮਾਨ ਲਿਆਂਦਾ। ਇਹ ਯਿਸੂ ਦਾ ਦੂਜਾ ਨਿਸ਼ਾਨ ਸੀ ਜੋ ਉਸ ਨੇ ਯਹੂਦਿਆ ਤੋਂ ਗਲੀਲ ਵਿੱਚ ਆ ਕੇ ਵਿਖਾਇਆ ਸੀ। ਸੰਤ ਯਹੂਨਾ ਦੀ ਅੰਜੀਲ ਉਸ ਦਾ 5 ਬਾਬ। ਇਸ ਦੇ ਬਾਅਦ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲਾ ਫਾਟਕ ਦੇ ਲਾਗੇ ਇੱਕ ਤਲਾਅ ਹੈ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਬੈਤਸਾਦਾ ਆਖਿਆ ਜਾਂਦਾ ਸੀ। ਉਸ ਦੀਆਂ 5 ਡਿਓੜੀਆਂ ਹਨ। ਉਹਨਾਂ ਵਿੱਚ ਬਹੁਤ ਸਾਰੇ ਰੋਗੀ, ਅੰਨੇ, ਲੰਗੜੇ ਅਤੇ ਅਧਰੰਗੀ ਪਏ ਹੋਏ ਸਨ ਜੋ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਸਨ। ਉੱਥੇ ਇੱਕ ਆਦਮੀ ਸੀ ਜੋ 38 ਸਾਲਾਂ ਤੋਂ ਬਿਮਾਰ ਸੀ। ਜਦੋਂ ਯਿਸੂ ਨੇ ਉਸ ਨੂੰ ਵੇਖਿਆ ਅਤੇ ਇਹ ਜਾਣਿਆ ਕਿ ਉਹ ਕਾਫੀ ਸਮੇਂ ਤੋਂ ਉੱਥੇ ਪਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਬਿਮਾਰ ਆਦਮੀ ਨੇ ਉਸ ਨੂੰ ਉੱਤਰ ਦਿੱਤਾ, ਸਾਹਿਬ ਜੀ, ਮੇਰੇ ਨਾਲ ਕੋਈ ਆਦਮੀ ਨਹੀਂ ਹੈ ਜੋ ਪਾਣੀ ਹਿਲਦਿਆਂ ਹੀ ਮੈਨੂੰ ਤਲਾਅ ਵਿੱਚ ਉਤਾਰ ਦੇਵੇ ਅਤੇ ਮੇਰੇ ਆਪ ਉਤਰਨ ਤੱਕ ਕੋਈ ਹੋਰ ਮੇਰੇ ਤੋਂ ਅਗੇਤ ਉਤਰ ਜਾਂਦਾ ਹੈ। ਯਿਸੂ ਨੇ ਉਸ ਨੂੰ ਕਿਹਾ, ਉੱਠ, ਆਪਣਾ ਵਿਛੋਣਾ ਚੁੱਕ ਅਤੇ ਚੱਲ ਫਿਰ। ਉਸੇ ਵੇਲੇ ਉਹ ਆਦਮੀ ਚੰਗਾ ਹੋ ਗਿਆ ਅਤੇ ਆਪਣਾ ਵਿਛੋਣਾ ਚੁੱਕ ਕੇ ਚੱਲਣ ਲੱਗਾ। ਉਹ ਸਬਤ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਉਸ ਆਦਮੀ ਨੂੰ ਜੋ ਚੰਗਾ ਹੋ ਗਿਆ ਸੀ ਕਿਹਾ, ਅੱਜ ਸਬਤ ਦਾ ਦਿਨ ਹੈ, ਵਿਛੋਣਾ ਚੁੱਕਣਾ ਤੇਰੇ ਲਈ ਜਾਇਜ਼ ਨਹੀਂ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਜਿਸ ਆਦਮੀ ਨੇ ਮੈਨੂੰ ਚੰਗਾ ਕੀਤਾ ਹੈ
ਉਸਨੇ ਮੈਨੂੰ ਕਿਹਾ ਹੈ, ਆਪਣਾ ਵਿਛੋਣਾ ਚੁੱਕ ਅਤੇ ਚੱਲ ਫਿਰ। ਉਹਨਾਂ ਨੇ ਉਸ ਤੋਂ ਪੁੱਛਿਆ, ਕੌਣ ਹੈ ਉਹ ਆਦਮੀ ਜਿਸ ਨੇ ਤੈਨੂੰ ਕਿਹਾ, ਆਪਣਾ ਵਿਛੋਣਾ ਚੁੱਕ ਅਤੇ ਚੱਲ ਫਿਰ? ਪਰ ਚੰਗਾ ਕੀਤਾ ਗਿਆ ਆਦਮੀ ਇਹ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਯੀਸ਼ੂ ਉਸ ਸਥਾਨ ਦੀ ਭੀੜ ਦੇ ਕਾਰਨ ਉੱਥੋਂ ਪਰਾਂ ਹੋ ਗਿਆ ਸੀ। ਬਾਅਦ ਵਿੱਚ ਯੀਸ਼ੂ ਉਸ ਨੂੰ ਹੈਕਲ ਵਿੱਚ ਮਿਲਿਆ ਅਤੇ ਉਸਨੇ ਕਿਹਾ, ਵੇਖ, ਤੂੰ ਚੰਗਾ ਹੋ ਗਿਆ ਹੈ, ਅੱਗੇ ਤੋਂ ਪਾਪ ਨਾ ਕਰਨਾ, ਕਿਤੇ ਤੇਰਾ ਹਾਲ ਇਸ ਤੋਂ ਵੀ ਬੁਰਾ ਨਾ ਹੋਵੇ। ਉਸ ਆਦਮੀ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਉਸ ਨੂੰ ਚੰਗਾ ਕੀਤਾ ਹੈ ਉਹ ਯੀਸ਼ੂ ਹੈ। ਇਸੇ ਕਾਰਨ ਯਹੂਦੀ ਯੀਸ਼ੂ ਨੂੰ ਸਤਾਉਂਦੇ ਸਨ, ਕਿਉਂਕਿ ਉਸਨੇ ਇਹ ਕੰਮ ਸਬਤ ਦੇ ਦਿਨ ਕੀਤਾ ਸੀ। ਪਰ ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੇਰਾ ਬਾਪ ਅਜੇ ਵੀ ਕੰਮ ਕਰ ਰਿਹਾ ਹੈ ਅਤੇ ਮੈਂ ਵੀ ਕੰਮ ਕਰ ਰਿਹਾ ਹਾਂ। ਇਸ ਕਾਰਨ ਯਹੂਦੀਆਂ ਨੇ ਉਸ ਨੂੰ ਮਾਰਨ ਦੀ ਹੋਰ ਵੱਧ ਕੋਸ਼ਿਸ਼ ਕੀਤੀ, ਕਿਉਂਕਿ ਉਸਨੇ ਨਾ ਸਿਰਫ ਸਬਤ ਨੂੰ ਭੰਗ ਕੀਤਾ ਸੀ, ਸਗੋਂ ਖੁਦਾ ਨੂੰ ਆਪਣਾ ਬਾਪ ਕਹਿ ਕੇ ਉਸ ਨੂੰ ਆਪਣੇ ਆਪ ਨੂੰ ਖੁਦਾ ਦੇ ਬਰਾਬਰ ਬਣਾਇਆ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਬੇਟਾ ਆਪ ਕੁਝ ਵੀ ਨਹੀਂ ਕਰ ਸਕਦਾ, ਸਗੋਂ ਸਿਰਫ ਉਹੀ ਕਰਦਾ ਹੈ ਜੋ ਉਹ ਬਾਪ ਨੂੰ ਕਰਦੇ ਵੇਖਦਾ ਹੈ, ਕਿਉਂਕਿ ਜੋ ਕੁਝ ਉਹ ਕਰਦਾ ਹੈ ਉਹ ਬੇਟਾ ਵੀ ਕਰਦਾ ਹੈ, ਕਿਉਂਕਿ ਬਾਪ ਬੇਟੇ ਨੂੰ ਪਿਆਰ ਕਰਦਾ ਹੈ ਅਤੇ ਉਹ ਆਪ ਜੋ ਕਰਦਾ ਹੈ ਉਹ ਸਭ ਬੇਟੇ ਨੂੰ ਵਿਖਾਉਂਦਾ ਹੈ। ਇੰਨੇ ਤੋਂ ਮਹਾਨ ਕੰਮ ਉਹ ਉਸ ਨੂੰ ਵਿਖਾਵੇਗਾ ਤਾਂ ਜੋ ਤੁਸੀਂ ਹੈਰਾਨ ਹੋਵੋ, ਕਿਉਂਕਿ ਜਿਸ ਤਰ੍ਹਾਂ ਬਾਪ ਮੁਰਦਿਆਂ ਨੂੰ ਜ਼ਿੰਦਾ ਕਰਦਾ ਹੈ ਅਤੇ ਉਹਨਾਂ ਨੂੰ ਜੀਵਨ ਦਿੰਦਾ ਹੈ, ਉਸੇ ਤਰ੍ਹਾਂ ਬੇਟਾ ਵੀ ਜਿਸ ਨੂੰ ਚਾਹੁੰਦਾ ਹੈ ਉਹ ਜੀਵਨ ਦਿੰਦਾ ਹੈ। ਬਾਪ ਕਿਸੇ ਦਾ ਨਿਆਂ ਨਹੀਂ ਕਰਦਾ, ਸਗੋਂ ਉਸਨੇ ਸਭ ਨਿਆਂ ਕਰਨਾ ਬੇਟੇ ਦੇ ਹੱਥ ਦੇ ਰੱਖਿਆ ਹੈ, ਤਾਂ ਜੋ ਸਭ ਲੋਕ ਉਸ ਤਰ੍ਹਾਂ ਬੇਟੇ ਦਾ ਆਦਰ ਕਰਨ ਜਿਸ ਤਰ੍ਹਾਂ ਉਹ ਬਾਪ ਦਾ ਆਦਰ ਕਰਦੇ ਹਨ। ਜੋ ਬੇਟੇ ਦਾ ਆਦਰ ਨਹੀਂ ਕਰਦਾ ਉਹ ਬਾਪ ਦਾ ਵੀ ਆਦਰ ਨਹੀਂ ਕਰਦਾ ਜਿਸ ਨੇ ਉਸ ਨੂੰ ਘੱਲਿਆ ਹੈ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੋ ਮੇਰਾ ਵਚਨ ਸੁਣਦਾ ਅਤੇ ਉਸ ਉੱਤੇ ਈਮਾਨ ਰੱਖਦਾ ਹੈ ਜਿਸ ਨੇ ਮੈਨੂੰ ਘੱਲਿਆ ਹੈ, ਅਨੰਤ ਜੀਵਨ ਉਸ ਦਾ ਹੈ। ਉਹ ਦੋਸ਼ੀ ਨਹੀਂ ਠਹਿਰਾਇਆ ਜਾਂਦਾ, ਸਗੋਂ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਉਹ ਸਮਾਂ ਆ ਰਿਹਾ ਹੈ ਅਤੇ ਹੁਣ ਆ ਹੀ ਗਿਆ ਹੈ, ਜਦੋਂ ਮੁਰਦੇ ਖੁਦਾ ਦੇ ਬੇਟੇ ਦੀ ਆਵਾਜ਼ ਸੁਣਨਗੇ ਅਤੇ ਜੋ ਸੁਣਨਗੇ ਉਹ ਜਿਉਣਗੇ, ਕਿਉਂਕਿ ਜਿਸ ਤਰ੍ਹਾਂ ਬਾਪ ਦਾ ਆਪਣੇ ਆਪ ਵਿੱਚ ਜੀਵਨ ਹੈ, ਉਸੇ ਤਰ੍ਹਾਂ ਉਸਨੇ ਬਖਸ਼ਿਆ ਹੈ ਕਿ ਬੇਟੇ ਦਾ ਵੀ ਆਪਣੇ ਆਪ ਵਿੱਚ ਜੀਵਨ ਹੋਵੇ ਅਤੇ ਉਸਨੇ ਉਸ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਹੈ, ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ। ਇਸ ਉੱਤੇ ਹੈਰਾਨ ਨਾ ਹੋਵੋ, ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਉਹ ਸਾਰੇ ਜੋ ਕਬਰਾਂ ਵਿੱਚ ਹਨ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਆਉਣਗੇ। ਜਿਨ੍ਹਾਂ ਨੇ ਭਲੇ ਕੰਮ ਕੀਤੇ ਹਨ ਜ਼ਿੰਦਗੀ ਦੇ ਜੀ ਉੱਠਣ ਲਈ ਅਤੇ ਜਿਨ੍ਹਾਂ ਨੇ ਬੁਰੇ ਕੰਮ ਕੀਤੇ ਹਨ ਦੰਡ ਦੇ ਜੀ ਉੱਠਣਗੇ। ਮੈਂ ਆਪਣਾ ਆਪ ਕੁਝ ਵੀ ਨਹੀਂ ਕਰ ਸਕਦਾ, ਜਿਸ ਤਰ੍ਹਾਂ ਮੈਂ ਸੁਣਦਾ ਹਾਂ ਉਸ ਦੇ ਅਨੁਸਾਰ ਮੈਂ ਫੈਸਲਾ ਕਰਦਾ ਹਾਂ ਅਤੇ ਮੇਰਾ ਫੈਸਲਾ ਸਹੀ ਹੈ, ਕਿਉਂਕਿ ਮੈਂ ਆਪਣੀ ਮਰਜ਼ੀ ਨਹੀਂ ਸਗੋਂ ਉਸ ਦੀ ਮਰਜ਼ੀ ਚਾਹੁੰਦਾ ਹਾਂ ਜਿਸ ਨੇ ਮੈਨੂੰ ਘੱਲਿਆ ਹੈ। ਜੇਕਰ ਮੈਂ ਆਪਣਾ ਹੱਕ ਵਿੱਚ ਆਪ ਗਵਾਹੀ ਦੇਵਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ। ਕੋਈ ਹੋਰ ਹੈ ਜੋ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਗਵਾਹੀ ਉਹ ਮੇਰੇ ਬਾਰੇ ਦਿੰਦਾ ਹੈ ਉਹ ਸੱਚੀ ਹੈ। ਤੁਸੀਂ ਯਹੂਨਾ ਕੋਲ ਲੋਕਾਂ ਨੂੰ ਘੱਲਿਆ ਅਤੇ ਉਸਨੇ ਸੱਚਾਈ ਦੇ ਬਾਰੇ ਗਵਾਹੀ ਦਿੱਤੀ। ਇਹ ਨਹੀਂ ਕਿ ਮੈਂ ਆਪਣੇ ਬਾਰੇ ਮਨੁੱਖ ਦੀ ਗਵਾਹੀ ਸਵੀਕਾਰ ਕਰਦਾ ਹਾਂ, ਪਰ ਮੈਂ ਇਹ ਇਸ ਲਈ ਕਹਿੰਦਾ ਹਾਂ ਕਿ ਤੁਸੀਂ ਬਚ ਜਾਓ। ਯਹੂਨਾ ਇੱਕ ਬਲਦ ਅਤੇ ਚਮਕਦਾ ਹੋਇਆ ਦੀਵਾ ਸੀ ਅਤੇ ਤੁਸੀਂ ਉਸ ਦੇ ਚਾਨਣ ਵਿੱਚ ਥੋੜੇ ਚਿਰ ਦੇ ਲਈ ਆਨੰਦ ਮਾਣਦੇ ਚਾਹੀਏ, ਪਰ ਮੇਰੇ ਕੋਲ ਜੋ ਗਵਾਹੀ ਹੈ ਉਹ ਯਹੂਨਾ ਦੀ ਗਵਾਹੀ ਤੋਂ ਮਹਾਨ ਹੈ, ਕਿਉਂਕਿ ਬਾਪ ਨੇ ਜੋ ਕੰਮ ਮੈਨੂੰ ਪੂਰਾ ਕਰਨ ਲਈ ਦਿੱਤੇ ਹਨ ਉਹ ਕੰਮ ਜੋ ਮੈਂ ਕਰਦਾ ਹਾਂ ਮੇਰੇ ਹੱਕ ਵਿੱਚ ਗਵਾਹੀ ਦਿੰਦੇ ਹਨ ਕਿ ਬਾਪ ਨੇ ਮੈਨੂੰ ਘੱਲਿਆ ਹੈ। ਬਾਪ ਨੇ ਜਿਸ ਨੇ ਮੈਨੂੰ ਘੱਲਿਆ ਹੈ ਮੇਰੇ ਹੱਕ ਵਿੱਚ ਆਪ ਗਵਾਹੀ ਦਿੱਤੀ ਹੈ। ਤੁਸੀਂ ਉਸ ਦੀ ਆਵਾਜ਼ ਕਦੇ ਨਹੀਂ ਸੁਣੀ ਅਤੇ ਉਸ ਦਾ ਸਰੂਪ ਕਦੇ ਨਹੀਂ ਵੇਖਿਆ ਅਤੇ ਉਸ ਦਾ ਵਚਨ ਤੁਹਾਡੇ ਅੰਦਰ ਕਾਇਮ ਨਹੀਂ ਰਹਿੰਦਾ, ਕਿਉਂਕਿ ਤੁਸੀਂ ਉਸ ਉੱਤੇ ਈਮਾਨ ਨਹੀਂ ਲਿਆਉਂਦੇ ਹੋ ਜਿਸ ਨੇ ਉਸ ਨੂੰ ਘੱਲਿਆ ਹੈ। ਤੁਸੀਂ ਪਵਿੱਤਰ ਲਿਖਤਾਂ ਦੀ ਛਾਣਬੀਣ ਕਰਦੇ ਹੋ, ਕਿਉਂਕਿ ਤੁਸੀਂ ਗੁਮਾਨ ਕਰਦੇ ਹੋ
ਕਿ ਉਹਨਾਂ ਵਿੱਚੋਂ ਤੁਹਾਨੂੰ ਅਨੰਤ ਜੀਵਨ ਮਿਲੇਗਾ ਅਤੇ ਉਹੀ ਹਨ ਜੋ ਮੇਰੇ ਬਾਰੇ ਗਵਾਹੀ ਦਿੰਦੇ ਹਨ। ਫਿਰ ਵੀ ਤੁਸੀਂ ਜੀਵਨ ਪਾਉਣ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ। ਮੈਂ ਮਨੁੱਖਾਂ ਵੱਲੋਂ ਵਡਿਆਈ ਨਹੀਂ ਚਾਹੁੰਦਾ, ਪਰ ਮੈਂ ਜਾਣਦਾ ਹਾਂ ਕਿ ਤੁਹਾਡੇ ਅੰਦਰ ਖੁਦਾ ਦਾ ਪਿਆਰ ਨਹੀਂ ਹੈ। ਮੈਂ ਆਪਣੇ ਬਾਪ ਦੇ ਨਾਂ ਤੇ ਆਇਆ ਹਾਂ, ਪਰ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ ਹੋ। ਜੇਕਰ ਹੋਰ ਕੋਈ ਆਪਣੇ ਹੀ ਨਾਂ ਤੇ ਆਵੇ ਤਾਂ ਉਸ ਨੂੰ ਤੁਸੀਂ ਸਵੀਕਾਰ ਕਰੋਗੇ। ਤੁਸੀਂ ਕਿਸ ਤਰ੍ਹਾਂ ਈਮਾਨ ਲਿਆ ਸਕਦੇ ਹੋ ਜਦੋਂ ਕਿ ਤੁਸੀਂ ਇੱਕ ਦੂਜੇ ਤੋਂ ਵਡਿਆਈ ਸਵੀਕਾਰ ਕਰਦੇ ਹੋ ਅਤੇ ਉਸ ਵਡਿਆਈ ਦੀ ਖੋਜ ਨਹੀਂ ਕਰਦੇ ਜੋ ਇੱਕੋ ਇੱਕ ਖੁਦਾ ਵੱਲੋਂ ਹੀ ਮਿਲਦੀ ਹੈ। ਇਹ ਨਾ ਸੋਚੋ ਕਿ ਬਾਪ ਦੇ ਸਾਹਮਣੇ ਮੈਂ ਤੁਹਾਡੇ ਉੱਤੇ ਦੋਸ਼ ਲਾਵਾਂਗਾ। ਇਹ ਮੂਸਾ ਹੈ ਜੋ ਤੁਹਾਡੇ ਉੱਤੇ ਦੋਸ਼ ਲਾਉਣ ਵਾਲਾ ਹੈ, ਜਿਸ ਉੱਤੇ ਤੁਸੀਂ ਉਮੀਦ ਰੱਖੀ ਬੈਠੇ ਹੋ। ਜੇਕਰ ਤੁਸੀਂ ਮੂਸਾ ਦੀ ਮੰਨੀ ਹੁੰਦੀ ਤਾਂ ਤੁਸੀਂ ਮੇਰੀ ਵੀ ਮੰਨਦੇ, ਕਿਉਂਕਿ ਉਸ ਨੇ ਮੇਰੇ ਬਾਰੇ ਹੀ ਲਿਖਿਆ ਹੈ। ਪਰ ਜੇਕਰ ਤੁਸੀਂ ਉਸ ਦੀਆਂ ਲਿਖਤਾਂ ਨੂੰ ਨਹੀਂ ਮੰਨਿਆ ਤਾਂ ਤੁਸੀਂ ਮੇਰੇ ਕਹੇ ਵਚਨਾਂ ਨੂੰ ਕਿਸ ਤਰ੍ਹਾਂ ਮੰਨੋਗੇ? ਸੰਤ ਯਹੂਨਾ ਦੀ ਅੰਜੀਲ ਉਸ ਦਾ 6 ਬਾਬ। ਇਸ ਦੇ ਬਾਅਦ ਯੀਸ਼ੂ ਗਲੀਲ ਦੇ ਸਾਗਰ ਦੇ ਦੂਜੇ ਪਾਸੇ ਗਿਆ, ਜੋ ਤਿਬੇਰੀਅਸ ਦਾ ਸਾਗਰ ਹੈ। ਇੱਕ ਵੱਡੀ ਭੀੜ ਉਸ ਦੇ ਪਿੱਛੇ ਤੁਰ ਪਈ, ਕਿਉਂਕਿ ਉਹਨਾਂ ਨੇ ਉਹ ਨਿਸ਼ਾਨ ਵੇਖੇ ਸਨ ਜਿਹੜੇ ਯੀਸ਼ੂ ਨੇ ਬਿਮਾਰਾਂ ਉੱਤੇ ਕੀਤੇ ਸਨ। ਯੀਸ਼ੂ ਪਹਾੜ ਉੱਤੇ ਚੜ੍ਹ ਗਿਆ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਬੈਠ ਗਿਆ। ਯਹੂਦੀਆਂ ਦਾ ਤਿਉਹਾਰ ਪਾਸਕਾ ਲਾਗੇ ਸੀ। ਯੀਸ਼ੂ ਨੇ ਆਪਣੀਆਂ ਅੱਖਾਂ ਉਤਾਰ ਚੁੱਕੀਆਂ ਅਤੇ ਇੱਕ ਭੀੜ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਫਿਲਿਪ ਨੂੰ ਕਿਹਾ, ਇਹਨਾਂ ਲੋਕਾਂ ਦੇ ਖਾਣ ਲਈ ਅਸੀਂ ਰੋਟੀ ਕਿੱਥੋਂ ਖਰੀਦੀਏ? ਉਸਨੇ ਇਹ ਗੱਲ ਉਸ ਨੂੰ ਪਰਖਣ ਲਈ ਕਹੀ ਸੀ, ਕਿਉਂਕਿ ਉਹ ਆਪ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਹੈ। ਫਿਲਿਪ ਨੇ ਉੱਤਰ ਦਿੱਤਾ, 200 ਦਿਨਾਰ ਦੀਆਂ ਰੋਟੀਆਂ ਵੀ ਕਾਫੀ ਨਹੀਂ ਹੋਣਗੀਆਂ, ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਨੂੰ ਥੋੜੀ ਥੋੜੀ ਮਿਲ ਜਾਵੇ। ਚੇਲਿਆਂ ਵਿੱਚੋਂ ਇੱਕ ਸ਼ਿਮੋਨ ਪਤਰਸ ਦੇ ਭਰਾ ਅੰਦਰਿਆਸ ਨੇ ਉਸ ਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਸ ਦੇ ਕੋਲ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਹਨ, ਪਰ ਉਹ ਇੰਨੇ ਸਾਰੇ ਲੋਕਾਂ ਲਈ ਕੀ ਹਨ? ਯੀਸ਼ੂ ਨੇ ਕਿਹਾ, ਲੋਕਾਂ ਨੂੰ ਬਿਠਾ ਦਿਓ। ਉਸ ਥਾਂ ਤੇ ਘਾਹ ਬਹੁਤ ਸੀ, ਇਸ ਲਈ ਆਦਮੀ ਬੈਠ ਗਏ, ਜਿਨ੍ਹਾਂ ਦੀ ਗਿਣਤੀ ਲਗਭਗ 5000 ਸੀ। ਫਿਰ ਯੀਸ਼ੂ ਨੇ ਰੋਟੀਆਂ ਲਈਆਂ, ਧੰਨਵਾਦ ਕਰਨ ਦੇ ਬਾਅਦ ਉਸਨੇ ਬੈਠੇ ਹੋਏ ਲੋਕਾਂ ਵਿੱਚ ਉਹ ਵੰਡ ਦਿੱਤੀਆਂ। ਇਸੇ ਤਰ੍ਹਾਂ ਮੱਛੀਆਂ ਵੀ, ਜਿੰਨੀਆਂ ਉਹ ਚਾਹੁੰਦੇ ਸਨ। ਜਦੋਂ ਉਹਨਾਂ ਨੇ ਰੱਜ ਕੇ ਖਾ ਲਿਆ ਤਾਂ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰੋ ਤਾਂ ਜੋ ਕੁਝ ਵੀ ਨਸ਼ਟ ਨਾ ਹੋਵੇ। ਇਸ ਲਈ ਉਹਨਾਂ ਨੇ ਉਹ ਇਕੱਠੇ ਕਰ ਲਏ ਅਤੇ ਜੌਂ ਦੀਆਂ 5 ਰੋਟੀਆਂ ਦੇ ਟੁਕੜਿਆਂ ਨਾਲ ਜੋ ਲੋਕਾਂ ਦੇ ਖਾਣ ਤੋਂ ਬਾਅਦ ਬਚੇ ਸਨ, 12 ਟੋਕਰੇ ਭਰ ਗਏ। ਜਦੋਂ ਲੋਕਾਂ ਨੇ ਇਹ ਨਿਸ਼ਾਨ ਵੇਖਿਆ ਜੋ ਉਸਨੇ ਕੀਤਾ ਸੀ ਤਾਂ ਉਹਨਾਂ ਨੇ ਕਿਹਾ, ਇਹ ਸੱਚਮੁੱਚ ਉਹ ਨਬੀ ਹੈ ਜੋ ਸੰਸਾਰ ਵਿੱਚ ਆਉਣ ਵਾਲਾ ਸੀ। ਤਦ ਇਹ ਜਾਣਦੇ ਹੋਏ ਕਿ ਲੋਕ ਆ ਕੇ ਉਸ ਨੂੰ ਜ਼ਬਰਦਸਤੀ ਫੜ ਕੇ ਰਾਜਾ ਬਣਾਉਣ ਵਾਲੇ ਹਨ, ਯੀਸ਼ੂ ਇਕੱਲਾ ਹੀ ਫਿਰ ਪਹਾੜ ਵੱਲ ਨਿਕਲ ਗਿਆ। ਜਦੋਂ ਸ਼ਾਮ ਹੋ ਗਈ ਤਾਂ ਉਸ ਦੇ ਚੇਲੇ ਸਮੁੰਦਰ ਵੱਲ ਗਏ। ਉਹ ਕਿਸ਼ਤੀ ਵਿੱਚ ਚੜ੍ਹ ਕੇ ਸਮੁੰਦਰ ਨੂੰ ਪਾਰ ਕਰਕੇ ਕਫਰਨਾਹੂਮ ਜਾਣ ਲੱਗੇ। ਹਨੇਰਾ ਹੋ ਗਿਆ ਸੀ ਅਤੇ ਅਜੇ ਤੱਕ ਯੀਸ਼ੂ ਉਹਨਾਂ ਦੇ ਕੋਲ ਨਹੀਂ ਆਇਆ ਸੀ। ਸਮੁੰਦਰ ਵਿੱਚ ਲਹਿਰਾਂ ਉੱਠ ਰਹੀਆਂ ਸਨ, ਕਿਉਂਕਿ ਤੇਜ਼ ਹਵਾ ਚੱਲ ਰਹੀ ਸੀ। ਜਦੋਂ ਉਹ 3-4 ਮੀਲ ਤੱਕ ਕਿਸ਼ਤੀ ਚਲਾ ਚੁੱਕੇ ਸਨ ਤਾਂ ਉਹਨਾਂ ਨੇ ਯੀਸ਼ੂ ਨੂੰ ਸਮੁੰਦਰ ਉੱਤੇ ਚੱਲਦੇ ਹੋਏ ਅਤੇ ਕਿਸ਼ਤੀ ਵੱਲ ਨੇੜੇ ਆਉਂਦੇ ਵੇਖਿਆ। ਉਹ ਬਹੁਤ ਡਰ ਗਏ, ਪਰ ਉਸਨੇ ਉਹਨਾਂ ਨੂੰ ਕਿਹਾ, ਇਹ ਮੈਂ ਹਾਂ, ਡਰੋ ਨਹੀਂ। ਤਦ ਉਹ ਉਸ ਨੂੰ ਕਿਸ਼ਤੀ ਵਿੱਚ ਚੜਾਉਣਾ ਚਾਹੁੰਦੇ ਸਨ ਅਤੇ ਤੁਰੰਤ ਹੀ ਕਿਸ਼ਤੀ ਉਸ ਦੇ ਟਿਕਾਣੇ ਪਹੁੰਚ ਗਈ ਜਿੱਥੇ ਉਹ ਜਾ ਰਹੇ ਸਨ। ਅਗਲੇ ਦਿਨ ਜੋ ਲੋਕ ਸਮੁੰਦਰ ਦੇ ਦੂਜੇ ਪਾਸੇ ਰਹਿ ਗਏ ਸਨ, ਉਹਨਾਂ ਨੇ ਵੇਖਿਆ ਕਿ ਉੱਥੇ ਕੇਵਲ ਇੱਕ ਹੀ ਕਿਸ਼ਤੀ ਸੀ ਅਤੇ ਯੀਸ਼ੂ ਚੇਲਿਆਂ ਦੇ ਨਾਲ ਉਸ ਕਿਸ਼ਤੀ ਵਿੱਚ ਨਹੀਂ ਚੜ੍ਹਿਆ ਸੀ, ਸਗੋਂ ਉਸ ਦੇ ਚੇਲੇ ਇਕੱਲੇ ਹੀ ਚਲੇ ਗਏ ਸਨ।
ਤਦ ਤਿਬੇਰੀਅਸ ਤੋਂ ਕੁਝ ਕਿਸ਼ਤੀਆਂ ਉਸ ਥਾਂ ਆ ਗਈਆਂ ਜਿੱਥੇ ਯੀਸ਼ੂ ਦੇ ਧੰਨਵਾਦ ਦੇਣ ਦੀ ਬਾਅਦ ਲੋਕਾਂ ਨੇ ਰੋਟੀ ਖਾਧੀ ਸੀ। ਇਸ ਲਈ ਜਦੋਂ ਲੋਕਾਂ ਨੇ ਵੇਖਿਆ ਕਿ ਉੱਥੇ ਨਾ ਤਾਂ ਯੀਸ਼ੂ ਹੈ ਅਤੇ ਨਾ ਹੀ ਉਸਦੇ ਚੇਲੇ ਹਨ, ਤਾਂ ਉਹ ਆਪ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਯੀਸ਼ੂ ਨੂੰ ਲੱਭਦੇ ਹੋਏ ਕਫਰਨਾਹੂਮ ਗਏ। ਜਦੋਂ ਉਹਨਾਂ ਨੇ ਉਸ ਨੂੰ ਸਮੁੰਦਰ ਦੇ ਦੂਜੇ ਪਾਸੇ ਵੇਖਿਆ ਤਾਂ ਉਹਨਾਂ ਨੇ ਕਿਹਾ, ਰੱਬੀ, ਤੂੰ ਇੱਥੇ ਕਦੋਂ ਆਇਆ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਨਿਸ਼ਾਨ ਵੇਖੇ ਹਨ, ਸਗੋਂ ਇਸ ਲਈ ਕਿ ਤੁਸੀਂ ਰੋਟੀਆਂ ਖਾਧੀਆਂ ਅਤੇ ਰੱਜ ਕੇ ਖਾਧੀਆਂ। ਨਾਸ਼ ਹੋਣ ਵਾਲੇ ਭੋਜਨ ਲਈ ਨਹੀਂ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜੋ ਅਨੰਤ ਜੀਵਨ ਲਈ ਕਾਇਮ ਰਹਿੰਦਾ ਹੈ, ਜੋ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ, ਕਿਉਂਕਿ ਖੁਦਾ ਬਾਪ ਨੇ ਉਸ ਉੱਤੇ ਆਪਣੀ ਮੋਹਰ ਲਾਈ ਹੈ। ਤਦ ਲੋਕਾਂ ਨੇ ਉਸ ਨੂੰ ਕਿਹਾ, ਖੁਦਾ ਦੇ ਕੰਮ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਖੁਦਾ ਦਾ ਕੰਮ ਇਹ ਹੈ ਕਿ ਤੁਸੀਂ ਉਸ ਉੱਤੇ ਈਮਾਨ ਲਿਆਓ ਜਿਸ ਨੂੰ ਉਸਨੇ ਘੱਲਿਆ ਹੈ। ਇਸ ਲਈ ਉਹਨਾਂ ਨੇ ਉਸ ਨੂੰ ਕਿਹਾ, ਫਿਰ ਤੂੰ ਕਿਹੜਾ ਨਿਸ਼ਾਨ ਵਿਖਾਉਂਦਾ ਹੈ ਤਾਂ ਜੋ ਅਸੀਂ ਵੇਖੀਏ ਅਤੇ ਤੈਨੂੰ ਮੰਨੀਏ? ਤੂੰ ਕਿਹੜਾ ਕੰਮ ਕਰੇਗਾ? ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਸੀ, ਜਿਸ ਤਰ੍ਹਾਂ ਲਿਖਿਆ ਹੋਇਆ ਹੈ, ਉਸਨੇ ਉਹਨਾਂ ਨੂੰ ਖਾਣ ਲਈ ਸਵਰਗ ਤੋਂ ਰੋਟੀ ਦਿੱਤੀ। ਤਦ ਯੀਸ਼ੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਇਹ ਮੂਸਾ ਨਹੀਂ ਸੀ ਜਿਸ ਨੇ ਤੁਹਾਨੂੰ ਸਵਰਗ ਤੋਂ ਰੋਟੀ ਦਿੱਤੀ, ਮੇਰਾ ਬਾਪ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦਾ ਹੈ, ਕਿਉਂਕਿ ਖੁਦਾ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ। ਲੋਕਾਂ ਨੇ ਉਸ ਨੂੰ ਕਿਹਾ, ਪ੍ਰਭੂ, ਇਹ ਰੋਟੀ ਸਾਨੂੰ ਹਮੇਸ਼ਾ ਦਿਆ ਕਰ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਜੀਵਨ ਦੀ ਰੋਟੀ ਮੈਂ ਹਾਂ, ਜੋ ਮੇਰੇ ਕੋਲ ਆਉਂਦਾ ਹੈ ਉਹ ਭੁੱਖਾ ਨਹੀਂ ਹੋਵੇਗਾ ਅਤੇ ਜੋ ਮੇਰੇ ਉੱਤੇ ਈਮਾਨ ਰੱਖਦਾ ਹੈ ਉਹ ਕਦੀ ਤਿਆਇਆ ਨਹੀਂ ਹੋਵੇਗਾ। ਪਰ ਮੈਂ ਤੁਹਾਨੂੰ ਕਹਿ ਦਿੱਤਾ ਹੈ ਕਿ ਤੁਸੀਂ ਮੈਨੂੰ ਵੇਖਿਆ ਹੈ ਅਤੇ ਫਿਰ ਵੀ ਤੁਸੀਂ ਮੰਨਦੇ ਨਹੀਂ। ਸਭ ਕੁਝ ਜੋ ਬਾਪ ਮੈਨੂੰ ਦਿੰਦਾ ਹੈ ਮੇਰੇ ਕੋਲ ਆਉਂਦਾ ਹੈ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਉਸ ਨੂੰ ਬਾਹਰ ਨਹੀਂ ਕੱਢਾਂਗਾ, ਕਿਉਂਕਿ ਮੈਂ ਸਵਰਗ ਤੋਂ ਉਤਰਿਆ ਹਾਂ ਆਪਣੀ ਮਰਜ਼ੀ ਪੂਰੀ ਕਰਨ ਲਈ ਨਹੀਂ, ਸਗੋਂ ਉਸ ਦੀ ਮਰਜ਼ੀ ਪੂਰੀ ਕਰਨ ਲਈ ਜਿਸ ਨੇ ਮੈਨੂੰ ਘੱਲਿਆ ਹੈ। ਜਿਸ ਨੇ ਮੈਨੂੰ ਘੱਲਿਆ ਹੈ ਉਸ ਦੀ ਮਰਜ਼ੀ ਇਹ ਹੈ ਕਿ ਉਹਨਾਂ ਸਭ ਵਿੱਚੋਂ ਜੋ ਉਸਨੇ ਮੈਨੂੰ ਸੌਂਪਿਆ ਹੈ ਮੈਂ ਕੁਝ ਵੀ ਨਾ ਗਵਾਵਾਂ, ਸਗੋਂ ਉਸ ਨੂੰ ਅੰਤਿਮ ਦਿਨ ਜਿਉਂਦਾ ਕਰਾਂ, ਕਿਉਂਕਿ ਮੇਰੇ ਬਾਪ ਦੀ ਮਰਜ਼ੀ ਇਹ ਹੈ ਕਿ ਹਰ ਕੋਈ ਜੋ ਬੇਟੇ ਨੂੰ ਵੇਖਦਾ ਹੈ ਅਤੇ ਉਸ ਉੱਤੇ ਈਮਾਨ ਰੱਖਦਾ ਹੈ ਉਸ ਨੂੰ ਅਨੰਤ ਜੀਵਨ ਮਿਲੇ ਅਤੇ ਮੈਂ ਉਸ ਨੂੰ ਅਨੰਤ ਜੀਵਨ ਦੇਵਾਂਗਾ। ਤਦ ਯਹੂਦੀ ਯੀਸ਼ੂ ਦੇ ਵਿਰੁੱਧ ਬੁੜਬੁੜਾਉਣ ਲੱਗੇ, ਕਿਉਂਕਿ ਉਸਨੇ ਕਿਹਾ ਸੀ, ਸਵਰਗ ਤੋਂ ਉਤਰੀ ਰੋਟੀ ਮੈਂ ਹਾਂ। ਉਹਨਾਂ ਨੇ ਕਿਹਾ, ਕੀ ਇਹ ਯੂਸਫ ਦਾ ਪੁੱਤਰ ਯੀਸ਼ੂ ਨਹੀਂ ਹੈ, ਜਿਸ ਦੇ ਮਾਂ-ਪਿਓ ਨੂੰ ਅਸੀਂ ਜਾਣਦੇ ਹਾਂ? ਫਿਰ ਇਹ ਹੁਣ ਕਿਸ ਤਰ੍ਹਾਂ ਕਹਿੰਦਾ ਹੈ, ਮੈਂ ਸਵਰਗ ਤੋਂ ਉਤਰਿਆ ਹਾਂ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਆਪਸ ਵਿੱਚ ਨਾ ਬੁੜਬੁੜਾਓ, ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਬਾਪ ਜਿਸ ਨੇ ਮੈਨੂੰ ਘੱਲਿਆ ਹੈ ਉਸ ਨੂੰ ਖਿੱਚ ਨਾ ਲਿਆਵੇ ਅਤੇ ਮੈਂ ਉਸ ਨੂੰ ਆਖਿਰ ਦਿਨ ਜਿਉਂਦਾ ਕਰਾਂਗਾ। ਨਬੀਆਂ ਦੀਆਂ ਲਿਖਤਾਂ ਵਿੱਚ ਇਹ ਲਿਖਿਆ ਹੈ, ਉਹ ਸਾਰੇ ਖੁਦਾ ਤੋਂ ਸਿੱਖਿਆ ਪਾਉਣਗੇ। ਹਰ ਕੋਈ ਜਿਸ ਨੇ ਬਾਪ ਤੋਂ ਸੁਣਿਆ ਅਤੇ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ। ਇਹ ਨਹੀਂ ਕਿ ਕਿਸੇ ਨੇ ਬਾਪ ਨੂੰ ਵੇਖਿਆ ਹੋਵੇ ਸਿਵਾਏ ਉਸਦੇ ਜੋ ਖੁਦਾ ਕੋਲੋਂ ਆਇਆ ਹੈ, ਉਸਨੇ ਬਾਪ ਨੂੰ ਵੇਖਿਆ ਹੈ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੋ ਈਮਾਨ ਰੱਖਦਾ ਹੈ ਅਨੰਤ ਜੀਵਨ ਉਸੇ ਦਾ ਹੈ। ਜੀਵਨ ਦੀ ਰੋਟੀ ਮੈਂ ਹਾਂ। ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਉਹ ਮਰ ਗਏ। ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰਦੀ ਹੈ ਕਿ ਮਨੁੱਖ ਇਸ ਵਿੱਚ ਖਾਵੇ ਅਤੇ ਨਾ ਮਰੇ। ਜਿਉਂਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਉਤਰੀ ਹੈ।
ਜੇਕਰ ਕੋਈ ਇਸ ਰੋਟੀ ਵਿੱਚੋਂ ਖਾਂਦਾ ਹੈ ਉਹ ਹਮੇਸ਼ਾ ਲਈ ਜਿਉਂਦਾ ਰਹੇਗਾ ਅਤੇ ਸੰਸਾਰ ਦੇ ਜੀਵਨ ਲਈ ਜੋ ਰੋਟੀ ਮੈਂ ਦੇਵਾਂਗਾ ਉਹ ਮੇਰਾ ਮਾਂਸ ਹੈ। ਤਦ ਯਹੂਦੀ ਆਪਸ ਵਿੱਚ ਇਹ ਕਹਿੰਦੇ ਹੋਏ ਬਹਿਸ ਕਰਨ ਲੱਗੇ, ਇਹ ਆਦਮੀ ਕਿਸ ਤਰ੍ਹਾਂ ਆਪਣਾ ਮਾਂਸ ਸਾਨੂੰ ਖਾਣ ਲਈ ਦੇ ਸਕਦਾ ਹੈ। ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇਕਰ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਹੀਂ ਖਾਂਦੇ ਅਤੇ ਉਸ ਦਾ ਲਹੂ ਨਹੀਂ ਪੀਂਦੇ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ। ਉਹ ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਅਨੰਤ ਜੀਵਨ ਉਸਦਾ ਹੈ ਅਤੇ ਮੈਂ ਉਸ ਨੂੰ ਅੰਤਿਮ ਦਿਨ ਜਿੰਦਾ ਕਰਾਂਗਾ। ਕਿਉਂਕਿ ਮੇਰਾ ਮਾਂਸ ਸੱਚਮੁੱਚ ਭੋਜਨ ਹੈ ਅਤੇ ਮੇਰਾ ਲਹੂ ਸੱਚਮੁੱਚ ਪੀਣ ਵਾਲੀ ਸ਼ੈ ਹੈ। ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਉਹ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਰਹਿੰਦਾ ਹਾਂ। ਜਿਸ ਤਰ੍ਹਾਂ ਜਿਉਂਦੇ ਬਾਪ ਨੇ ਮੈਨੂੰ ਘੱਲਿਆ ਹੈ ਅਤੇ ਮੈਂ ਬਾਪ ਦੇ ਕਾਰਨ ਜਿਉਂਦਾ ਰਹਿੰਦਾ ਹਾਂ, ਉਸੇ ਤਰ੍ਹਾਂ ਜੋ ਮੈਨੂੰ ਖਾਂਦਾ ਹੈ ਉਹ ਮੇਰੇ ਕਾਰਨ ਜਿਉਂਦਾ ਰਹੇਗਾ। ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ। ਇਹ ਉਸ ਵਰਗੀ ਨਹੀਂ ਹੈ ਜੋ ਪੁਰਖਿਆਂ ਨੇ ਖਾਧੀ ਸੀ ਅਤੇ ਉਹ ਮਰ ਗਏ। ਜੋ ਕੋਈ ਇਹ ਰੋਟੀ ਖਾਂਦਾ ਹੈ ਉਹ ਹਮੇਸ਼ਾ ਲਈ ਜਿਉਂਦਾ ਰਹੇਗਾ। ਇਹ ਉਸਨੇ ਕਫਰਨਾਹੂਮ ਵਿੱਚ ਸਿੱਖਿਆ ਦਿੰਦੇ ਸਮੇਂ ਸਿਨਾਗੋਗ ਵਿੱਚ ਕਿਹਾ ਸੀ। ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਜਦੋਂ ਇਹ ਸੁਣਿਆ ਤਾਂ ਕਿਹਾ, ਇਹ ਤਾਂ ਔਖੀ ਸਿੱਖਿਆ ਹੈ, ਇਸ ਨੂੰ ਕੌਣ ਸੁਣ ਸਕਦਾ ਹੈ। ਪਰ ਯਿਸੂ ਨੇ ਆਪਣੇ ਜੀ ਵਿੱਚ ਇਹ ਜਾਣਦੇ ਹੋਏ ਕਿ ਉਸਦੇ ਚੇਲੇ ਇਸ ਉੱਤੇ ਬੁੜਬੁੜਾ ਰਹੇ ਹਨ, ਉਹਨਾਂ ਨੂੰ ਕਿਹਾ, ਕੀ ਤੁਹਾਨੂੰ ਇਸ ਤੋਂ ਠੋਕਰ ਲੱਗਦੀ ਹੈ? ਫਿਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਉਤਾਰ ਚੜ੍ਹਦਾ ਵੇਖੋਗੇ ਜਿੱਥੇ ਉਹ ਪਹਿਲਾਂ ਸੀ। ਰੂਹ ਹੀ ਜੀਵਨ ਦਿੰਦਾ ਹੈ, ਮਾਂਸ ਦਾ ਕੋਈ ਲਾਭ ਨਹੀਂ। ਵਚਨ ਜਿਹੜੇ ਮੈਂ ਤੁਹਾਨੂੰ ਆਖੇ ਹਨ ਉਹ ਰੂਹ ਅਤੇ ਜੀਵਨ ਹਨ। ਪਰ ਤੁਹਾਡੇ ਵਿੱਚ ਕੁਝ ਹਨ ਜੋ ਮੰਨਦੇ ਨਹੀਂ, ਕਿਉਂਕਿ ਯਿਸੂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਉਹ ਕੌਣ ਹਨ ਜੋ ਈਮਾਨ ਨਹੀਂ ਰੱਖਦੇ ਅਤੇ ਉਹ ਕੌਣ ਹੈ ਜੋ ਉਸ ਦਾ ਵਿਸ਼ਵਾਸਘਾਤ ਕਰੇਗਾ। ਉਸਨੇ ਕਿਹਾ, ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਬਾਪ ਵੱਲੋਂ ਉਸ ਨੂੰ ਇਹ ਵਰਦਾਨ ਨਾ ਮਿਲੇ। ਇਸ ਤੋਂ ਬਾਅਦ ਉਸਦੇ ਬਹੁਤ ਸਾਰੇ ਚੇਲੇ ਪਿਛਾਂਹ ਹਟ ਗਏ ਅਤੇ ਅੱਗੇ ਤੋਂ ਉਸਦੇ ਨਾਲ ਨਾ ਚੱਲੇ। ਯਿਸੂ ਨੇ 12 ਨੂੰ ਕਿਹਾ, ਕਿ ਤੁਸੀਂ ਵੀ ਚਲੇ ਜਾਣਾ ਚਾਹੋਗੇ? ਸ਼ਿਮੋਨ ਪਤਰਸ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੂ, ਅਸੀਂ ਕਿਸ ਦੇ ਕੋਲ ਜਾਈਏ? ਤੇਰੇ ਕੋਲ ਤਾਂ ਅਨੰਤ ਜੀਵਨ ਦੇ ਵਚਨ ਹਨ ਅਤੇ ਅਸੀਂ ਈਮਾਨ ਲਿਆਂਦਾ ਹੈ ਅਤੇ ਜਾਣ ਲਿਆ ਹੈ ਕਿ ਤੂੰ ਖੁਦਾ ਦਾ ਪਵਿੱਤਰ ਪੁਰਖ ਹੈ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਕਿ ਮੈਂ ਤੁਹਾਨੂੰ 12 ਨੂੰ ਨਹੀਂ ਚੁਣਿਆ? ਫਿਰ ਵੀ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ। ਉਸਨੇ ਇਹ ਸ਼ਿਮੋਨ ਇਸਕਰਿਓਤੀ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਬਾਰੇ ਕਿਹਾ ਸੀ, ਜੋ 12 ਵਿੱਚੋਂ ਇੱਕ ਸੀ ਅਤੇ ਉਸ ਨਾਲ ਵਿਸ਼ਵਾਸਘਾਤ ਕਰਨ ਵਾਲਾ ਸੀ।